ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਕਾਲਜ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ YouTube ਚੈਨਲ ਉੱਪਰ ਆਪ ਸਭ ਜੀ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸਲਾਮ ਧਰਮ ਦੀਆਂ 5 ਥੰਮਾਂ ਬਾਰੇ ਗੱਲਾਂ ਕਰਾਂਗੇ। ਮੁਸਲਮਾਨਾਂ ਦੇ ਧਰਮ ਨੂੰ ਇਸਲਾਮ ਕਿਹਾ ਜਾਂਦਾ ਹੈ। ਇਸਲਾਮ ਦਾ ਸ਼ਾਬਦਿਕ ਅਰਥ ਹੈ ਸਿਰ ਨਿਵਾਉਣਾ, ਖੁਦਾ ਦੀ ਰਜ਼ਾ ਨੂੰ ਮੰਨਣਾ, ਖੁਦਾਈ ਆਗਿਆ ਦਾ ਪਾਲਣ ਕਰਨਾ। ਹੁਣ ਇਹ ਸ਼ਬਦ ਉਸ ਧਰਮ ਲਈ ਰੂੜ ਹੋ ਚੁੱਕਿਆ ਹੈ ਜਿਸ ਵਿੱਚ ਹਜ਼ਰਤ ਮੁਹੰਮਦ ਦੁਆਰਾ ਦਰਸਾਏ ਢੰਗ ਨਾਲ ਖੁਦਾਈ ਆਗਿਆ ਦਾ ਪਾਲਣ ਕੀਤਾ ਜਾਂਦਾ ਹੈ। ਹਜ਼ਰਤ ਮੁਹੰਮਦ ਨੇ 7ਵੀਂ ਸਦੀ ਦੇ ਆਰੰਭ ਵਿੱਚ ਇਸ ਦਾ ਪ੍ਰਚਾਰ ਮੱਕੇ ਤੋਂ ਸ਼ੁਰੂ ਕੀਤਾ। ਇਸ ਲਈ ਇਸ ਧਰਮ ਦੀ ਜਨਮ ਭੂਮੀ ਅਰਬ ਦੇਸ਼ ਹੈ। ਇਸਲਾਮ ਦੇ ਵਿਸ਼ਵਾਸ ਅਨੁਸਾਰ ਇਹ ਖੁਦਾ ਵੱਲੋਂ ਦਿੱਤੇ ਆਖਰੀ ਪੈਗਾਮ ਉੱਤੇ ਸਥਿਤ ਹੈ। ਇਹ ਦੁਨੀਆ ਦੀ ਸਾਰੀ ਖਲਕਤ ਲਈ ਰਹਿਮਤ ਦਾ ਸੰਦੇਸ਼ ਦਿੰਦਾ ਹੈ। ਇਸ ਦੀ ਬੁਨਿਆਦ 3 ਤੱਤਾਂ ਦੇ ਉੱਪਰ ਉਸਰੀ ਹੋਈ ਹੈ। ਇੱਕ ਇਹ ਕਿ ਹਜ਼ਰਤ ਮੁਹੰਮਦ ਰੱਬ ਦੇ ਭੇਜੇ ਹੋਏ ਪੈਗੰਬਰ ਹਨ। ਦੂਜਾ ਇਹ ਕਿ ਕੁਰਾਨ ਖੁਦਾਈ ਕਲਾਮ ਹੈ ਅਤੇ ਤੀਜਾ ਅੱਲਾਹ ਲਾ ਸ਼ਰੀਕ ਹੈ। ਇਹਨਾਂ ਤਿੰਨਾਂ ਨੂੰ ਸਮਝਣ ਨਾਲ ਇਸਲਾਮ ਦਾ ਸਹੀ ਬੋਧ ਹੋ ਜਾਂਦਾ ਹੈ। ਅੱਜ ਅਸੀਂ ਇਸਲਾਮ ਧਰਮ ਦੇ 5 ਮੁੱਖ ਥੰਮ, ਜਿਨ੍ਹਾਂ ਨੂੰ 5 ਰੁਕਨ ਵੀ ਕਹਿ ਦਿੱਤਾ ਜਾਂਦਾ ਹੈ, ਉਹਨਾਂ ਬਾਰੇ ਗੱਲ ਕਰਾਂਗੇ। ਇਸਲਾਮ ਧਰਮ ਦਾ ਜੋ ਪਹਿਲਾ ਮੁੱਖ ਥੰਮ ਹੈ ਉਹ ਹੈ ਕਲਮਾ। ਇਸਲਾਮ ਵਿੱਚ ਧਾਰਮਿਕ ਜੀਵਨ ਵਿੱਚ ਜਿਨ੍ਹਾਂ ਗੱਲਾਂ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ ਉਹਨਾਂ ਵਿੱਚੋਂ ਕਲਮਾ ਇੱਕ ਹੈ। ਇਸ ਨੂੰ ਇਸਲਾਮ ਧਰਮ ਦਾ ਮੂਲ ਮੰਤਰ ਵੀ ਕਿਹਾ ਜਾ ਸਕਦਾ ਹੈ। ਇਸ ਦਾ ਪਾਠ ਹੈ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ, ਅਰਥਾਤ ਨਹੀਂ ਹੈ ਕੋਈ ਸਿਵਾਏ ਅੱਲਾਹ ਦੇ ਅਤੇ ਮੁਹੰਮਦ ਸਾਹਿਬ ਉਸ ਦੇ ਭੇਜੇ ਹੋਏ ਪੈਗੰਬਰ ਹਨ। ਮੁਸਲਮਾਨਾਂ ਵਿੱਚ ਕੋਈ ਵੀ ਸ਼ੁਭ ਕਰਮ ਸ਼ੁਰੂ ਹੋਣ ਵੇਲੇ ਕਲਮਾ ਦਾ ਉਚਾਰਨ ਕੀਤਾ ਜਾਂਦਾ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਕੰਨ ਵਿੱਚ ਸਭ ਤੋਂ ਪਹਿਲਾਂ ਇਹੀ ਬੋਲਿਆ ਜਾਂਦਾ ਹੈ ਅਤੇ ਮਰਨ ਉਪਰੰਤ ਕਬਰ ਉੱਤੇ ਇਸ ਦਾ ਉਚਾਰਨ ਕੀਤਾ ਜਾਂਦਾ ਹੈ। ਜੀਵਨ ਦੇ ਹਰ ਕਰਮ ਅਰਥਾਤ ਅਨੁਸ਼ਠਾਨ ਵੇਲੇ ਇਹ ਪੜ੍ਹਿਆ ਜਾਂਦਾ ਹੈ। ਕਿਸੇ ਗੈਰ ਮਤ ਵਾਲੇ ਵਿਅਕਤੀ ਨੂੰ ਇਸਲਾਮ ਵਿੱਚ ਦਾਖਲ ਕਰਨ ਵੇਲੇ ਰਸਮੀ ਤੌਰ 'ਤੇ ਉਸ ਤੋਂ ਇਸ ਦਾ ਪਾਠ ਕਰਵਾਇਆ ਜਾਂਦਾ ਹੈ। ਸੂਫੀ ਸਾਧਕਾਂ ਨੇ ਇਸ ਨੂੰ ਪੜ੍ਹਨ ਦੀ ਪਰੰਪਰਾ ਦਾ ਅਨੁਸਰਨ ਕੀਤਾ ਹੈ। ਇਸਲਾਮ ਧਰਮ ਦਾ ਜੋ ਦੂਸਰਾ ਪ੍ਰਮੁੱਖ ਥੰਮ ਹੈ ਉਸ ਨੂੰ ਨਮਾਜ਼ ਕਿਹਾ ਜਾਂਦਾ ਹੈ। ਨਮਾਜ਼ ਨੂੰ ਇਸਲਾਮ ਧਰਮ ਦਾ ਇੱਕ ਲਾਜ਼ਮੀ ਅੰਗ ਮੰਨਿਆ ਗਿਆ ਹੈ। ਹਰ ਇੱਕ ਮੁਸਲਮਾਨ ਦਾ ਫਰਜ਼ ਹੈ ਕਿ ਉਹ ਦਿਨ ਰਾਤ ਦੇ 24 ਘੰਟਿਆਂ ਵਿੱਚ 5 ਵਾਰ ਨਮਾਜ਼ ਪੜ੍ਹੇ। ਨਮਾਜ਼ ਪੜ੍ਹਨ ਤੋਂ ਪਹਿਲਾਂ ਸਾਫ਼ ਪਾਣੀ ਨਾਲ ਸਾਰੇ ਸਰੀਰ ਜਾਂ ਘੱਟੋ ਘੱਟ ਹੱਥਾਂ, ਪੈਰਾਂ ਅਤੇ ਮੂੰਹ ਨੂੰ ਧੋਇਆ ਜਾਵੇ। ਇਸ ਨੂੰ ਵੁਜ਼ੂ ਕਰਨਾ ਕਿਹਾ ਜਾਂਦਾ ਹੈ। ਫਿਰ ਕਿਸੇ ਪਵਿੱਤਰ ਸਥਾਨ ਉੱਤੇ ਖਲੋ ਕੇ ਜਾਂ ਮੁਸੱਲਾ ਵਿਛਾ ਕੇ ਅਤੇ ਮੁਸੱਲੇ ਉੱਪਰ ਖੜ੍ਹੇ ਹੋ ਕੇ ਨਮਾਜ਼ ਦਾ ਪਾਠ ਕੀਤਾ ਜਾਂਦਾ ਹੈ। ਨਮਾਜ਼ ਪੜ੍ਹਨ ਵੇਲੇ ਮੂੰਹ ਨੂੰ ਕਾਬੇ ਵੱਲ ਕੀਤਾ ਜਾਂਦਾ ਹੈ। ਨਮਾਜ਼ ਪੜ੍ਹਨ ਵੇਲੇ ਚਿੱਤ ਦੀ ਸਥਿਰਤਾ ਬਹੁਤ ਜ਼ਰੂਰੀ ਹੈ। ਨਮਾਜ਼ੀ ਨੂੰ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਉਹ ਰੱਬ ਦੀ ਹਜ਼ੂਰੀ ਵਿੱਚ ਖੜੋਤਾ ਹੈ। ਉਸ ਵੇਲੇ ਰੱਬ ਦੀ ਮਹਾਨਤਾ ਨੂੰ ਚਿਤਵਦਿਆਂ ਅਤਿਅੰਤ ਨਿਮਰਤਾ ਦੀ ਅਵਸਥਾ ਵਿੱਚ ਪਰਮਾਤਮਾ ਦੇ ਧਿਆਨ ਵਿੱਚ ਮਗਨ ਹੋਣਾ ਆਵਸ਼ਕ ਹੈ। ਇਸਲਾਮ ਧਰਮ ਦਾ ਜੋ ਤੀਸਰਾ ਪ੍ਰਮੁੱਖ ਥੰਮ ਹੈ ਉਹ ਹੈ ਜ਼ਕਾਤ। ਇਸਲਾਮ ਦੇ 5 ਧਾਰਮਿਕ ਥੰਮਾਂ ਵਿੱਚੋਂ ਜ਼ਕਾਤ ਦਾ ਮਹੱਤਵਪੂਰਨ ਸਥਾਨ ਹੈ। ਕੁਰਾਨ ਮਜੀਦ ਦੀ ਸੂਰਤ ਬਕਰ ਵਿੱਚ
ਇਸ ਦੀ ਪਾਲਣਾ ਕਰਨ ਦਾ ਜ਼ਿਕਰ ਹੈ। ਇਸ ਦਾ ਉਲੇਖ ਨਮਾਜ਼ ਦੇ ਨਾਲ ਵੀ ਹੋਇਆ ਹੈ। ਆਮ ਤੌਰ 'ਤੇ ਇਸ ਦਾ ਭਾਵ ਹੈ ਧਾਰਮਿਕ ਕਰ, ਅਰਥਾਤ ਧਰਮ ਅਰਥ ਕਾਰਜਾਂ ਲਈ ਆਪਣੀ ਮਾਲੀਅਤ, ਜਾਇਦਾਦ ਜਾਂ ਆਮਦਨ ਵਿੱਚੋਂ ਕੁਝ ਹਿੱਸਾ ਵੱਖਰਾ ਕਰਨਾ। ਇਸ ਦਾ ਸ਼ਾਬਦਿਕ ਅਰਥ ਹੈ ਪਵਿੱਤਰਤਾ ਜਾਂ ਸ਼ੁੱਧੀ। ਧਾਰਮਿਕ ਵਿਸ਼ਵਾਸ ਅਨੁਸਾਰ ਆਮਦਨ ਆਦਿ ਵਿੱਚੋਂ ਜ਼ਕਾਤ ਕੱਢ ਦਿੱਤੇ ਜਾਣ ਨਾਲ ਬਾਕੀ ਧਨ ਮਾਲ ਪਵਿੱਤਰ ਹੋ ਜਾਂਦਾ ਹੈ। ਜੋ ਮੁਸਲਮਾਨ ਜ਼ਕਾਤ ਨਹੀਂ ਕੱਢਦਾ ਉਸ ਦਾ ਧਨ ਮਾਲ ਪਵਿੱਤਰ ਨਹੀਂ ਮੰਨਿਆ ਜਾਂਦਾ। ਜ਼ਕਾਤ ਕੇਵਲ ਮੁਸਲਮਾਨਾਂ ਤੋਂ ਵਸੂਲੀ ਜਾਂਦੀ ਹੈ ਅਤੇ ਮੁਸਲਮਾਨਾਂ ਉੱਤੇ ਖਰਚ ਕੀਤੀ ਜਾਂਦੀ ਹੈ। ਹਦੀਸਾਂ ਵਿੱਚ ਜ਼ਕਾਤ ਦੇ ਵੰਡਣ ਬਾਰੇ ਵੀ ਕਈ ਹਦਾਇਤਾਂ ਦਿੱਤੀਆਂ ਹੋਈਆਂ ਹਨ। ਮੁੱਖ ਤੌਰ 'ਤੇ ਇਸ ਨੂੰ 7 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਹਿੱਸਾ ਫਕੀਰਾਂ ਵਿੱਚ, ਦੂਜਾ ਹਿੱਸਾ ਅਨਾਥਾਂ ਵਿੱਚ, ਤੀਜਾ ਜ਼ਕਾਤ ਨੂੰ ਉਗਾਉਣ ਵਾਲਿਆਂ ਵਿੱਚ, ਚੌਥਾ ਗੁਲਾਮਾਂ ਨੂੰ ਮੁਕਤ ਕਰਵਾਉਣ ਵਿੱਚ, ਪੰਜਵਾਂ ਕਰਜ਼ਦਾਰਾਂ ਦਾ ਕਰਜ਼ ਚੁਕਾਉਣ ਵਿੱਚ, ਛੇਵਾਂ ਧਰਮ ਯੁੱਧ ਵਿੱਚ ਅਤੇ ਸੱਤਵਾਂ ਧਨਹੀਨ ਮੁਸਾਫਰਾਂ ਵਿੱਚ। ਇਸਲਾਮ ਧਰਮ ਦਾ ਜੋ ਚੌਥਾ ਮਹੱਤਵਪੂਰਨ ਥੰਮ ਹੈ ਉਸ ਨੂੰ ਰੋਜ਼ਾ ਕਿਹਾ ਜਾਂਦਾ ਹੈ। ਇਸ ਦਾ ਜੋ ਸ਼ਾਬਦਿਕ ਅਰਥ ਹੈ ਉਹ ਹੈ ਵਰਤ ਰੱਖਣਾ। ਇਸਲਾਮ ਵਿੱਚ ਰੋਜ਼ਾ ਰੱਖਣਾ ਪੁੰਨ ਦਾ ਕੰਮ ਹੈ। ਇਸ ਦੇ ਰੱਖਣ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ। ਇਹ ਆਮ ਤੌਰ 'ਤੇ ਰਮਜ਼ਾਨ ਦੇ ਮਹੀਨੇ ਵਿੱਚ ਰੱਖੇ ਜਾਂਦੇ ਹਨ। ਇਸ ਸੰਬੰਧੀ ਸੂਰਾ ਬਕਰ ਵਿੱਚ ਉਲੇਖ ਕੀਤਾ ਹੋਇਆ ਹੈ। ਇਸ ਬਾਰੇ ਹਦੀਸ ਵਿੱਚ ਵੀ ਆਉਂਦਾ ਹੈ ਕਿ ਰਮਜ਼ਾਨ ਦੇ ਮਹੀਨੇ ਵਿੱਚ ਬਹਿਸ਼ਤ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ, ਜਦਕਿ ਦੋਜ਼ਖ ਦੇ ਬੰਦ ਹੋ ਜਾਂਦੇ ਹਨ। ਇਸ ਲਈ ਰੋਜ਼ਾ ਇਸਲਾਮ ਧਰਮ ਦਾ ਇੱਕ ਪ੍ਰਮੁੱਖ ਅਵਸਰ ਹੈ, ਪ੍ਰਮੁੱਖ ਮੌਕਾ ਹੈ। ਸ਼ੈਤਾਨ ਵੀ ਇਸ ਮਹੀਨੇ ਬੰਧਨ ਵਿੱਚ ਰਹਿੰਦਾ ਹੈ। ਇਸ ਲਈ ਇਸ ਮਹੀਨੇ ਦਾ ਵਾਤਾਵਰਨ ਅਧਿਆਤਮਿਕ ਉੱਨਤੀ ਲਈ ਅਨੁਕੂਲ ਅਤੇ ਪਵਿੱਤਰ ਹੈ। ਇਸਲਾਮ ਧਰਮ ਦਾ ਜੋ ਆਖਰੀ ਥੰਮ ਹੈ ਉਸ ਨੂੰ ਹੱਜ ਕਿਹਾ ਜਾਂਦਾ ਹੈ। ਹੱਜ ਇਸਲਾਮ ਧਰਮ ਦਾ 5ਵਾਂ ਜਾਂ ਆਖਰੀ ਰੁਕਨ ਹੈ। ਅਰਬੀ ਭਾਸ਼ਾ ਦੇ ਵਿੱਚ ਹੱਜ ਦਾ ਅਰਥ ਹੈ ਯਾਤਰਾ ਜਾਂ ਜ਼ਿਆਰਤ ਕਰਨਾ, ਪਰ ਹਜ਼ਰਤ ਇਬਰਾਹਿਮ ਦੇ ਸਮੇਂ ਤੋਂ ਇਹ ਸ਼ਬਦ ਕਾਬਾ ਦੀ ਯਾਤਰਾ ਲਈ ਰੂੜ ਹੋ ਗਿਆ ਹੈ। ਇੱਕ ਰੱਬ ਵਿੱਚ ਯਕੀਨ ਰੱਖਣ ਵਾਲੇ ਹਜ਼ਰਤ ਇਬਰਾਹਿਮ ਨੇ ਜਦੋਂ ਹੋਰ ਕਿਸੇ ਸੱਤਾ ਨੂੰ ਮੰਨਣੋਂ ਇਨਕਾਰ ਕਰ ਦਿੱਤਾ ਤਾਂ ਅੱਲਾ ਨੇ ਉਸ ਨੂੰ ਆਪਣੇ ਪੁੱਤਰ ਇਸਮਾਈਲ ਦੀ ਕੁਰਬਾਨੀ ਦੇਣ ਦੀ ਅਜ਼ਮਾਇਸ਼ ਵਿੱਚ ਪਾਇਆ। ਹਜ਼ਰਤ ਇਬਰਾਹਿਮ ਵੱਲੋਂ ਦਿੱਤੀ ਕੁਰਬਾਨੀ ਦੇ ਮਕਬੂਲ ਹੋ ਜਾਣ 'ਤੇ ਅੱਲਾ ਵੱਲੋਂ ਉਸ ਨੂੰ ਵਿਸ਼ਵ ਇਮਾਮ ਬਣਾਏ ਜਾਣ ਦਾ ਫੈਸਲਾ ਸੁਣਾਇਆ ਗਿਆ। ਇਸ ਪਿੱਛੋਂ ਇਬਰਾਹਿਮ ਅਤੇ ਇਸਮਾਈਲ ਨੇ ਮਿਲ ਕੇ ਜਿਸ ਥਾਂ ਤੋਂ ਵਿਸ਼ਵ ਵਿਆਪੀ ਅੰਦੋਲਨ ਦਾ ਸੰਚਾਲਨ ਕੀਤਾ ਉਹ ਕਾਬਾ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਸ ਥਾਂ ਨਾਲ ਇਹ ਧਾਰਮਿਕ ਮਹੱਤਵ ਸਥਾਪਿਤ ਕੀਤਾ ਗਿਆ ਕਿ ਰੱਬ ਵਿੱਚ ਯਕੀਨ ਰੱਖਣ ਵਾਲੇ ਸਾਰੇ ਲੋਕ ਇੱਥੇ ਆ ਕੇ ਰੱਬ ਦੀ ਇਬਾਦਤ ਕਰਨ। ਇਹੀ ਮਨੋਰਥ ਹੁਣ ਤੱਕ ਇਸ ਯਾਤਰਾ ਦਾ ਮੂਲ ਉਦੇਸ਼ ਚੱਲਿਆ ਆ ਰਿਹਾ ਹੈ। ਹਰ ਇੱਕ ਮੁਸਲਮਾਨ ਲਈ ਜੀਵਨ ਭਰ ਵਿੱਚ ਇੱਕ ਵਾਰ ਹੱਜ ਕਰਨੀ ਜ਼ਰੂਰੀ ਮੰਨੀ ਗਈ ਹੈ। ਇਸ ਧਾਰਮਿਕ ਪ੍ਰਥਾ ਨੇ ਇਸਲਾਮੀ ਜਗਤ ਵਿੱਚ ਭਰਾਤਰੀ ਭਾਵ ਅਤੇ ਧਾਰਮਿਕ ਏਕਤਾ ਦੀ ਭਾਵਨਾ ਦਾ ਬੜੀ ਦ੍ਰਿੜਤਾ ਨਾਲ ਪ੍ਰਚਾਰ ਕੀਤਾ। ਇਸ ਰਾਹੀਂ ਸੰਸਾਰ ਦੇ ਕੋਨੇ-ਕੋਨੇ ਵਿੱਚ ਬੈਠੇ ਮੁਸਲਮਾਨਾਂ ਨੂੰ ਆਪਣੇ ਸਹਿਧਰਮੀਆਂ ਨੂੰ ਮਿਲਣ ਦੀ ਖੁਸ਼ੀ ਮਿਲਦੀ ਹੈ ਅਤੇ ਸਮਾਜਿਕ ਅਤੇ ਸੱਭਿਆਚਾਰਕ ਮੁੱਲਾਂ ਦੀ ਸਥਾਪਨਾ ਹੁੰਦੀ ਹੈ, ਕਿਉਂਕਿ ਇਸ ਯਾਤਰਾ ਵਿੱਚ ਹਰ ਦੇਸ਼, ਧਰਮ, ਨਸਲ ਦੇ ਅਮੀਰ ਗਰੀਬ ਮੁਸਲਮਾਨਾਂ ਨੂੰ ਦੀਨ ਦੀ ਸਮਾਨ ਧਰਾਤਲ 'ਤੇ ਇਕੱਠੇ ਹੋਣ ਦਾ ਅਵਸਰ ਮਿਲਦਾ ਹੈ। ਇਸ ਤਰੀਕੇ ਨਾਲ ਹੱਜ ਇਸਲਾਮ ਧਰਮ ਦਾ ਇੱਕ ਮਹੱਤਵਪੂਰਨ ਥੰਮ ਹੈ। 5 ਥੰਮਾਂ ਦੀ ਇਹ ਚਰਚਾ ਆਪ ਜੀ ਲਈ ਉਪਯੋਗੀ ਸਿੱਧ ਹੋਵੇਗੀ। ਇਸਲਾਮ ਧਰਮ ਦੇ ਬਾਰੇ ਹੋਰ ਜਾਣਕਾਰੀ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ। ਅੱਜ ਦੇ ਇਸ ਵੀਡੀਓ ਦੀ ਸਮਾਪਤੀ ਅਸੀਂ ਇੱਥੇ ਹੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।